ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਫਲਾਈਟ ਕਟੌਤੀ ਦੇ ਐਲਾਨ ਤੋਂ ਬਾਅਦ 에ਅਰ ਕੈਨੇਡਾ ਦੇ ਸਟਾਕ 7% ਦੀ ਗਿਰਾਵਟ। ਕੈਰੀਅਰ ਦੀ ਗਰਮੀਆਂ ਦੀ ਸਮਾਂ ਸਾਰਣੀ ਦੇ ਵਿੱਚ ਕੀਤੀ ਗਈ ਕਟੌਤੀ। BC ਫੈਰਿਸ ਨੇ ਹੌਰਸ਼ੂ ਬੇ ਤੇ ਡਿਪਾਰਚਰ ਬੇ ਦੇ ਵਿਚਕਾਰ ਕਈ ਜਹਾਜ਼ਾਂ ਨੂੰ ਕੀਤਾ ਰੱਦ। ਕੁਈਨ ਆਫ ਅਲਬਰਨੀ ਦੇ ਵਿੱਚ ਖਰਾਬੀ ਕਾਰਨ ਹੋਈ ਸਮੱਸਿਆ। ਗੁਰੂ ਨਾਨਕ ਫੂਡ ਬੈਂਕ ਦੇ ਵੱਲੋਂ 1 ਜੁਲਾਈ ਨੂੰ ਕੀਤਾ ਜਾ ਰਿਹਾ ਹੈ ਮੈਗਾ ਫੂਡ ਡਰਾਈਵ। ਲੋੜਵੰਦਾਂ ਤੇ ਮਦਦ ਕਰਨ ਵਾਲਿਆਂ ਨੂੰ ਖੁੱਲ੍ਹਾ ਸੱਦਾ। ਜਿੱਥੇ ਖਬਰਾਂ ਵਿਸਥਾਰ ਦੇ ਨਾਲ BC ਫੈਰਿਸ ਦਾ ਕਹਿਣਾ ਹੈ ਕਿ ਇਸ ਨੂੰ ਕੁਈਨ ਆਫ ਅਲਬਰਨੀ ਨੂੰ ਸੇਵਾ ਤੋਂ ਹਟਾਉਣ ਦੇ ਲਈ ਮਜਬੂਰ ਕੀਤਾ ਗਿਆ, ਜਿਸ ਦੇ ਨਾਲ ਨਨਾਇਮੋ ਤੇ ਵੈਸਟ ਵੈਨਕੂਵਰ ਦੇ ਵਿਚਕਾਰ ਸਮੁੰਦਰੀ ਸਫ਼ਰ ਕਾਫੀ ਪ੍ਰਭਾਵਿਤ ਹੋਇਆ ਹੈ। ਮੁਰੰਮਤ ਨੂੰ ਮਹੱਤਵਪੂਰਨ ਦੱਸਿਆ ਗਿਆ ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਸਮੁੰਦਰੀ ਸਫ਼ਰ ਸ਼ੁੱਕਰਵਾਰ ਨੂੰ ਵੀ ਪ੍ਰਭਾਵਿਤ ਹੋ ਸਕਦਾ ਹੈ। ਕੈਨੇਡਾ ਡੇ ਦੇ ਲੌਂਗ ਵੀਕਐਂਡ ਤੋਂ ਪਹਿਲਾਂ BC ਫੈਰੀਆਂ ਬਹੁਤ ਵਿਅਸਤ ਰਹੀਆਂ ਨੇ ਤੇ ਬਦਲਵੇਂ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਬੁੱਕ ਕੀਤਾ ਗਿਆ ਹੈ। ਮੁਸਾਫਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਜੇਕਰ ਸੰਭਵ ਹੋਵੇ ਤਾਂ ਪੈਦਲ ਚੱਲੋ ਜਾਂ ਸ਼ੁੱਕਰਵਾਰ ਨੂੰ ਛੱਡਣ ਦੇ ਲਈ ਉਹਨਾਂ ਦੀਆਂ ਯਾਤਰਾ ਯੋਜਨਾਵਾਂ ਨੂੰ ਮੁੜ ਬਹਾਲ ਕਰੋ। BC ਫੈਰਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਰਿਜ਼ਰਵੇਸ਼ਨ ਵਾਲੇ ਲੋਕਾਂ ਨੂੰ ਥਾਂ ਦੀ ਗਰੰਟੀ ਨਹੀਂ ਦਿੱਤੀ ਜਾਂਦੀ। ਉਹਨਾਂ ਕਿਹਾ ਹੈ ਕਿ ਉਹਨਾਂ ਦੀਆਂ ਰਿਜ਼ਰਵੇਸ਼ਨ ਬਹੁਤ ਜ਼ਿਆਦਾ ਹੋਣ ਕਰਕੇ ਫਿਲਹਾਲ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਕਿ ਅਸੀਂ ਗਾਹਕਾਂ ਨੂੰ ਉਹਨਾਂ ਦੇ ਰਾਹ ਦੇ ਉੱਤੇ ਲਿਆਉਣ ਲਈ ਹੋਰ ਕੀ ਕੁਝ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਉਹ ਜਹਾਜ਼ ਤੇ ਅਪਡੇਟ ਦੀ ਉਮੀਦ ਕਰ ਰਹੇ ਨੇ ਤੇ ਇਹ ਸੇਵਾ ਕਦੋਂ ਸ਼ੁਰੂ ਹੋਵੇਗੀ ਇਸ ਦੀ ਜਲਦੀ ਉਮੀਦ ਕੀਤੀ ਜਾ ਰਹੀ ਹੈ। ਕੁਈਨ ਆਫ ਅਲਬਰਨੀ ਦੇ ਵਿੱਚ ਸਿਲੰਡਰ ਲਾਈਨਰ ਹੈੱਡ ਦੇ ਵਿੱਚ ਹੋਈ ਸਮੱਸਿਆ ਕਾਰਨ ਇਸ ਨੂੰ ਰੋਕਣਾ ਪਿਆ। ਉਹਨਾਂ ਕਿਹਾ ਕਿ ਸਾਡੇ ਕੋਲ ਇੱਕ ਟੀਮ ਹੈ ਜੋ ਇਸ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹ ਇਸ ਨੂੰ ਠੀਕ ਕਰਨ ਦੇ ਲਈ ਬਹੁਤ ਮਿਹਨਤ ਵੀ ਕਰ ਰਹੇ ਨੇ। ਮਾਰਸ਼ਲ ਨੇ ਕਿਹਾ ਕਿ ਲੌਂਗ ਵੀਕਐਂਡ ਦੇ ਲਈ ਯਾਤਰਾ ਕਰਨ ਵਾਲੇ ਕੈਨੇਡੀਅਨਾਂ ਤੋਂ ਇਲਾਵਾ ਅਮਰੀਕਾ ਦੇ ਵਿੱਚ ਵੀ ਕਈ ਲੋਕ ਨੇ, ਕਿਉਂਕਿ 4 ਜੁਲਾਈ ਨੂੰ ਸੋਮਵਾਰ ਹੈ ਤੇ ਇਸ ਲਈ ਉਹ ਵੀ ਕਾਫੀ ਜ਼ਿਆਦਾ ਇੱਥੇ ਪਹੁੰਚੇ ਹੋਏ ਨੇ। ਇਸ ਲਈ ਵਧੇਰੇ ਜਹਾਜ਼ਾਂ ਦੀ ਜਾਣਕਾਰੀ ਲਈ BC ਫੈਰਿਸ ਦੀ ਵੈਬਸਾਈਟ ਤੇ ਜਾ ਕੇ ਹਰ ਕੋਈ ਯਾਤਰੀ ਉੱਥੋਂ ਆਪਣੀ ਜਾਣਕਾਰੀ ਹਾਸਲ ਕਰ ਸਕਦਾ ਹੈ। ਅੱਗੇ ਦੱਸ ਦਈਏ ਕਿ 에ਅਰ ਕੈਨੇਡਾ ਦੇ ਸਟਾਕ ਦੇ ਵਿੱਚ ਸਵੇਰ ਦੇ ਵਪਾਰ ਦੇ ਵਿੱਚ 7% ਦੀ ਗਿਰਾਵਟ ਆਈ ਹੈ, ਜਦੋਂ ਕਿ ਕੈਰੀਅਰ ਨੇ ਆਪਣੀ ਗਰਮੀਆਂ ਦੀਆਂ ਉਡਾਨਾਂ ਦੇ ਵਿੱਚ ਕਾਰਜਕ੍ਰਮ ਦੇ ਵਿੱਚ ਵੱਡੀ ਕਟੌਤੀ ਦਾ ਐਲਾਨ ਕੀਤਾ। ਜੀ ਹਾਂ, ਇਸ ਦੇ ਉੱਤੇ ਆਧਾਰਿਤ 에ਅਰਲਾਈਨ ਨੇ ਬੁੱਧਵਾਰ ਰਾਤ ਨੂੰ ਇਹ ਕਿਹਾ ਕਿ ਉਹ ਜੁਲਾਈ ਤੇ ਅਗਸਤ ਦੇ ਵਿੱਚ ਆਪਣੀਆਂ 15% ਤੋਂ ਵੱਧ ਉਡਾਨਾਂ ਨੂੰ ਘਟਾ ਦੇਵੇਗੀ, ਕਿਉਂਕਿ ਹਵਾਈ ਅੱਡਿਆਂ ਨੂੰ ਬਹੁਤ ਜ਼ਿਆਦਾ ਯਾਤਰਾ ਪੁਨਰ ਉਭਾਰ ਦੇ ਦੌਰਾਨ ਲੰਬੀ ਦੇਰੀ ਤੇ ਰੱਦ ਕਰਨ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਹੈ। ਇਸ ਕਦਮ ਦੇ ਨਾਲ 에ਅਰਲਾਈਨਸ ਨੇ ਅਨੁਸੂਚੀ ਤੋਂ ਔਸਤਨ 154 ਅਤੇ ਇਸ ਤੋਂ ਇਲਾਵਾ ਦਿਨ ਦੇ ਘੰਟੇ ਨੇ ਜੋ ਪਹਿਲਾਂ ਹੀ ਪੂਰਵ ਮਹਾਮਾਰੀ ਪੱਧਰਾਂ ਦੇ ਸਿਰਫ 80% ਤੇ ਕੰਮ ਕਰ ਰਹੀਆਂ ਨੇ, ਸੈਂਕੜੇ ਹਜ਼ਾਰਾਂ ਯਾਤਰੀਆਂ ਨੂੰ ਪ੍ਰਭਾਵਿਤ ਕਰਦੀਆਂ ਨੇ। 에ਅਰਲਾਈਨ ਦਾ ਕਹਿਣਾ ਹੈ ਕਿ ਉਡਾਨਾਂ ਮੁੱਖ ਤੌਰ ਦੇ ਉੱਤੇ ਟੋਰਾਂਟੋ ਤੇ ਮੌਂਟਰੀਅਲ ਹੱਬ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਸਾਰੀਆਂ ਘਰੇਲੂ ਜਾਂ ਕੈਨੇਡਾ US ਦੇ ਇਸ ਦੇ ਵਿੱਚ ਗਾਹਕ ਸ਼ਾਮਿਲ ਨੇ। ਗਾਹਕਾਂ ਨੂੰ ਇੱਕ ਈਮੇਲ ਦੇ ਵਿੱਚ 에ਅਰ ਕੈਨੇਡਾ ਦੇ CEO ਮਾਈਕਲ ਨੇ ਗਲੋਬਲ ਹਵਾਬਾਜ਼ੀ ਪ੍ਰਣਾਲੀ ਤੇ ਤਣਾਅ ਦਾ ਕਾਰਨ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿਉਂਕਿ ਪੀਕ ਯਾਤਰਾ ਸੀਜ਼ਨ ਇਸ ਵੇਲੇ ਸ਼ੁਰੂ ਹੁੰਦਾ ਹੈ। 에ਅਰ ਕੈਨੇਡਾ ਦੇ ਸ਼ੇਅਰ ਵੀਰਵਾਰ ਸਵੇਰੇ ਹਲਕੇ ਚੜ੍ਹਨ ਤੇ ਪਹਿਲਾਂ $1.27 ਯਾਨੀ ਕਿ 7.4% ਡਿੱਗ ਕੇ $1,500 ਤੇ ਆ ਗਏ ਸਨ। ਗੁਰੂ ਨਾਨਕ ਫੂਡ ਬੈਂਕ ਜਿਨ੍ਹਾਂ ਦੇ ਵੱਲੋਂ ਆਪਣੀ ਮੈਗਾ ਫੂਡ ਡਰਾਈਵ ਕੱਲ੍ਹ ਯਾਨੀ 1 ਜੁਲਾਈ ਨੂੰ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਲੋੜਵੰਦਾਂ ਨੂੰ ਵੀ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਤੇ ਜਿਹੜੇ ਫੂਡ ਡਰਾਈਵ ਦੀ ਮਦਦ ਦਾ ਹਿੱਸਾ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਹੈ। ਬੱਚਿਆਂ ਦੇ ਲਈ ਇੱਥੇ ਇਸ ਫੂਡ ਡਰਾਈਵ ਦੇ ਵਿੱਚ ਖਾਸ ਇੰਤਜ਼ਾਮ ਜਿਹੜੇ ਕੀਤੇ ਗਏ ਨੇ। ਗੁਰੂ ਨਾਨਕ ਫੂਡ ਬੈਂਕ ਵਿਦਿਆਰਥੀਆਂ ਦੇ ਲਈ ਵੈਲਕਮ ਪੈਕੇਜ ਲਗਾਤਾਰ ਉਪਲਬਧ ਕਰਵਾਉਂਦੇ ਰਹਿੰਦੇ ਨੇ। ਹੋਰ ਕੀ ਕੁਝ ਹੋਵੇਗਾ ਇਸ ਫੂਡ ਡਰਾਈਵ ਦੇ ਵਿੱਚ, ਖਾਸ ਜਾਣਕਾਰੀ ਦਿੱਤੀ ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਸੁਰਿੰਦਰ ਸਿੰਘ ਨੇ। ਸਤਿ ਸ਼੍ਰੀ ਅਕਾਲ ਜੀ। ਗੁਰੂ ਨਾਨਕ ਫੂਡ ਬੈਂਕ ਦੇ ਵੱਲੋਂ ਕੱਲ੍ਹ ਨੂੰ ਯਾਨੀ 1 ਜੁਲਾਈ ਨੂੰ ਇੱਕ ਮੈਗਾ ਫੂਡ ਡਰਾਈਵ ਕੀਤੀ ਜਾ ਰਹੀ ਹੈ। ਇਸ ਮੈਗਾ ਫੂਡ ਡਰਾਈਵ ਦੇ ਵਿੱਚ ਕੀ ਕੁਝ ਖਾਸ ਹੋਏਗਾ ਔਰ ਸਪੈਸ਼ਲੀ ਕਿਹੜੇ ਮਕਸਦ ਦੇ ਲਈ ਇਹ ਮੈਗਾ ਫੂਡ ਡਰਾਈਵ ਕੀਤੀ ਜਾ ਰਹੀ ਹੈ, ਇਸ ਵੇਲੇ ਗੱਲ ਕਰਦੇ ਹਾਂ ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਸੁਰਿੰਦਰ ਸਿੰਘ ਜੀ ਨਾਲ। ਸੁਰਿੰਦਰ ਜੀ, ਇਹ ਮੈਗਾ ਫੂਡ ਡਰਾਈਵ ਜਿਹੜੀ ਹੈ ਤੁਹਾਡੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ, ਇਸ ਮੈਗਾ ਫੂਡ ਡਰਾਈਵ ਨੂੰ ਕਰਨ ਦਾ ਇੱਕ ਤਾਂ ਮਕਸਦ ਕੀ ਹੈ ਤੇ ਕੀ ਕੁਛ ਇਹਦੇ ਵਿੱਚ ਖਾਸ ਰਹੇਗਾ ਕੱਲ੍ਹ ਦੇ ਦਿਨ? ਸਤਿ ਸ਼੍ਰੀ ਅਕਾਲ ਸਾਰੇ ਹੀ ਚੈਨਲ ਪੰਜਾਬੀ ਦੇ ਸਰੋਤਿਆਂ ਨੂੰ ਜੀ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਇਸ ਮੈਗਾ ਫੂਡ ਡਰਾਈਵ ਦੇ ਵਿੱਚ ਸਪੈਸ਼ਲ ਇਹ ਹੋਏਗਾ ਜੀ, ਐਜ਼ ਮੈਂ ਪਹਿਲਾਂ ਵੀ ਆਪਾਂ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹਾਂ, ਇਹ ਇੱਕੋ ਹੀ ਇੱਕ ਫੂਡ ਬੈਂਕ ਆ ਜਿੱਥੇ ਕੋਈ ਲਿਮਿਟ, ਕੋਈ ਬਾਉਂਡਰੀ ਨਹੀਂ ਹੈਗੀ। ਜਿਹੜਾ ਵੀ ਬੰਦਾ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਆ ਕੇ ਉਹ ਹੈਲਪ ਲੈ ਸਕਦਾ, ਲੋੜ ਲੈ ਸਕਦਾ। 3600 ਫੈਮਲੀਜ਼ ਇਸ ਵੇਲੇ ਹਰ ਮਹੀਨੇ ਜੀ ਉਹ ਗਰੋਸਰੀ ਦੀ ਜਿਹੜੀ ਹੈਗੀ ਆ ਫੂਡ ਦੀ ਉਹ ਸੇਵਾ ਲੈਂਦੀਆਂ ਨੇ। 10,000 ਸਟੂਡੈਂਟਸ ਤੋਂ ਵੱਧ ਜਿਹੜੇ ਇਸ ਵੇਲੇ ਆ ਉਹਨਾਂ ਨੂੰ ਵੈਲਕਮ ਪੈਕੇਜ ਦਿੱਤਾ ਜਾਂਦਾ। ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਹੈਗੇ ਨੇ ਉਹਨੂੰ ਲੈ ਚੁੱਕੇ ਨੇ ਜੀ। ਸੋ ਅਗਰ ਸਟੂਡੈਂਟ ਕੋਈ ਵੀ ਹੈਗਾ ਜਿਹੜਾ ਨਵਾਂ ਆਉਂਦਾ ਸਟੂਡੈਂਟ ਜਿਹਨਾਂ ਨੂੰ ਲੋੜ ਹੈਗੀ ਹੈ ਜੀ, ਉਹਨਾਂ ਨੂੰ ਅਸੀਂ ਵੈਲਕਮ ਪੈਕੇਜ ਦੇ ਵਿੱਚ ਮੈਟਰਸਿਸ ਅਤੇ ਬੈੱਡਸ਼ੀਟ ਅਤੇ ਬਲੈਂਕਟਸ ਵਗੈਰਾ ਅਸੀਂ ਪ੍ਰੋਵਾਈਡ ਕਰਦੇ ਹਾਂ। ਨਾਲ ਉਹਨਾਂ ਨੂੰ ਗਰੋਸਰੀ ਵੀ ਹੀ ਪ੍ਰੋਵਾਈਡ ਕਰਦੇ ਹਾਂ ਜੀ। ਸੋ ਕੋਈ ਵੀ ਫੈਮਿਲੀ ਜਿਹੜੀ ਹੈਗੀ ਆ, ਅਗਰ ਕਿਸੇ ਨੂੰ ਲੋੜ ਹੈਗੀ ਆ, ਜਿਹਨਾਂ ਦੀ ਲੋ ਇਨਕਮ ਹੈਗੀ ਆ ਜੀ, ਸਿਰਫ ਓਨਲੀ ਜਿਨ੍ਹਾਂ ਦੀ ਲੋ ਇਨਕਮ ਹੈਗੀ ਆ, ਜਿਨ੍ਹਾਂ ਨੂੰ ਲੋੜ ਹੈਗੀ ਆ, ਉਹ ਆ ਕੇ ਸਾਡੇ ਕੋਲੋਂ ਹੈਲਪ ਲੈ ਸਕਦੇ ਨੇ ਜੀ ਗੁਰੂ ਨਾਨਕ ਫੂਡ ਬੈਂਕ ਤੋਂ। ਕੱਲ੍ਹ ਅਸੀਂ ਇੱਕ ਮੈਗਾ ਫੂਡ ਡਰਾਈਵ ਕਰ ਰਹੇ ਜਾ ਰਹੇ ਐਜ਼ ਏ ਸਾਰੇ ਜਾਣਦੇ ਆ ਇਸ ਵੇਲੇ ਕੈਨੇਡਾ ਦੇ ਵਿੱਚ ਹੀ ਨਹੀਂ ਇਕੱਲੀ, ਸਾਰੇ ਵਰਲਡ ਦੇ ਵਿੱਚ ਜਿਹੜੀ ਮਹਿੰਗਾਈ ਕਾਫੀ ਹੈ ਜੀ, ਔਰ ਫੂਡ ਬੈਂਕਸ 'ਤੇ ਕਾਫੀ ਇਸ ਵੇਲੇ ਪ੍ਰੈਸ਼ਰ ਪੈ ਰਿਹਾ ਕਿਉਂਕਿ ਜਿਹੜੇ ਲੋਕੀ ਹੈਗੇ ਉਹਨਾਂ ਨੂੰ ਇਸ ਵੇਲੇ ਮਹਿੰਗਾਈ ਕਰਕੇ ਕਈ ਅਫੋਰਡ ਨਹੀਂ ਕਰ ਸਕਦੇ ਫੂਡ ਜੀ। ਸੋ ਸਾਡੇ 'ਤੇ ਪ੍ਰੈਸ਼ਰ ਸੀਗਾ, ਬਹੁਤ ਸਾਰੀ ਨਵੀਆਂ ਫੈਮਲੀਜ਼ ਇਸ ਵੇਲੇ ਆ ਰਹੀਆਂ ਨੇ ਜੀ ਲੋੜ ਲਈ। ਸੋ ਸਾਨੂੰ ਇਹ ਡਿਸਾਈਡ ਕੀਤਾ ਅਸੀਂ ਫੂਡ ਬੈਂਕ ਦੇ ਸਾਰੇ ਡਾਇਰੈਕਟਰ ਨੇ ਕਿ ਮੈਗਾ ਫੂਡ ਡਰਾਈਵ ਕੀਤੀ ਜਾਵੇ। ਸਾਡੀ ਐਨਵਰਸਰੀ ਵੀ ਹੈਗੀ ਆ ਜੁਲਾਈ 1 ਨੂੰ, ਟਮੋਰੋ ਜੀ। ਸੋ ਇਹਦੇ ਵਿੱਚ ਅਸੀਂ ਜਿੰਨਾ ਕੁ ਵੀ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੂਡ ਜਿਹੜੀ ਹੈਗੀ ਆ, ਜਿਹੜੀ ਲੋੜ ਹੁੰਦੀ ਹੈਗੀ ਆ ਜੀ, ਉਹ ਆ ਕੇ ਡੋਨੇਟ ਕਰ ਸਕਦਾ, ਮਨੀ ਡੋਨੇਟ ਕਰ ਸਕਦਾ। ਤੁਸੀਂ ਅਗਰ ਕੋਈ ਲਿਮਿਟ ਨਹੀਂ ਹੈਗੀ, ਤੁਹਾਡਾ ਇੱਕ ਡਾਲਰ ਉਹ ਵੀ ਕੀਮਤੀ ਹੈ ਜੀ, ਕਿਉਂਕਿ ਉਹ ਕਿਸੇ ਨਾ ਕਿਸੇ ਬੰਦੇ ਨੂੰ ਜਿਹੜੀ ਹੈਗੀ ਲੋੜਵੰਦ ਹੈਗਾ, ਉਹਨਾਂ ਨੂੰ ਇਸ ਵੇਲੇ ਜ਼ਰੂਰਤ ਹੈਗੀ ਹੈ ਜੀ। ਕੈਨੇਡਾ ਦੇ ਵਿੱਚ ਥੋੜ੍ਹਾ ਹਾਰਡ ਟਾਈਮ ਚੱਲ ਰਿਹਾ, ਸੋ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਰਿਕੁਐਸਟ ਕਰਦੇ ਹਾਂ, ਆਓ ਕੱਲ੍ਹ ਅਸੀਂ 10 ਤੋਂ ਲੈ ਕੇ 7 ਵਜੇ ਤੱਕ ਉੱਥੇ ਇਹ ਫੂਡ ਡਰਾਈਵ ਕਰ ਰਹੇ ਹਾਂ ਜੀ। ਤੁਸੀਂ ਮਨੀ ਨਾਲ ਹੈਲਪ ਕਰਨਾ ਚਾਹੁੰਦੇ ਆ ਜਾਂ ਗਰੋਸਰੀ ਲੈਣਾ ਚਾਹੁੰਦੇ ਆ, ਜਾਂ ਕਿਸੇ ਨੇ ਜਿੱਦਾਂ ਹੁਣ ਕਈ ਫੈਮਲੀਜ਼ ਹੈਗੀਆਂ ਉਹ ਇਕੱਠੀਆਂ ਹੋ ਕੇ ਪੈਲਟ ਦੇ ਰਹੇ ਆ, ਜਿੱਦਾਂ ਕਿ ਆਟੇ ਦਾ ਜਿਹੜਾ ਹੈਗਾ ਜਿਹੜਾ ਉਹ ਪੈਲਟ ਆਉਂਦਾ ਜੀ ਤਕਰੀਬਨ $1500 ਦਾ ਹੈਗਾ ਇਸ ਵੇਲੇ, ਅਤੇ ਉਹ ਇਕੱਠੇ ਹੋ ਕੇ 3 ਜਣੇ ਜਾਂ 2 ਜਣੇ ਫੈਮਲੀਜ਼ ਉਹ ਇਕੱਠੇ ਹੋ ਕੇ ਅਸੀਂ ਉਹ ਡੋਨੇਟ ਕਰ ਰਹੇ ਨੇ ਜੀ। ਸੋ ਤੁਸੀਂ ਵੀ ਕਰ ਸਕਦੇ ਹੋ, ਬਟ ਦੇਰ ਇਜ਼ ਨੋ ਲਿਮਿਟ। ਤੁਸੀਂ ਡਾਲਰ ਦੇਣਾ ਹੈਗਾ, $10 ਦੇਣੇ ਆ, $10,000 ਦੇਣੇ ਆ, ਇਟ ਇਜ਼ ਟੋਟਲੀ ਅਪ ਟੂ ਯੂ ਇਸ ਵੇਲੇ। ਪਰ ਲੋੜ ਆ ਜੀ ਸਾਨੂੰ, ਫੂਡ ਬੈਂਕ ਨੂੰ ਲੋੜ ਆ, ਐਜ਼ ਏ ਸਿੱਖ ਕਮਿਊਨਿਟੀ ਜਾਣੀ ਜਾਂਦੇ ਆ, ਜਿਨ੍ਹਾਂ ਨੂੰ ਲੋੜ ਹੁੰਦੀ ਹੈਗੀ ਆ ਇਸ ਵੇਲੇ ਉਹਨਾਂ ਨੂੰ ਅਸੀਂ ਸਿੱਖ ਕਮਿਊਨਿਟੀ ਇੱਕ ਕਮਿਊਨਿਟੀ ਹੈ ਜਿਹਨੇ ਕਿ ਸਾਰਿਆਂ ਤੋਂ ਫਸਟ ਅੱਗੇ ਹੋ ਕੇ ਉਹ ਹੈਲਪ ਕਰਦੀ ਹੈ। ਸੋ ਐਜ਼ ਫੂਡ ਬੈਂਕ ਦੇ ਜਿਹੜੀ ਹੈਗੀ ਆ ਇਹੀ ਫੂਡ ਬੈਂਕ ਹੈ, ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹਾਂ, ਜਿਹਦੇ 'ਚ 100% ਤੁਹਾਡਾ ਡੋਨੇਟ ਕੀਤਾ ਜਿਹੜਾ ਉਹ ਲੋੜਵੰਦ ਤੱਕ ਜਾਂਦਾ। ਕੋਈ ਪੇਡ ਜਾਂ ਕੋਈ ਸੈਲਰੀ ਮੈਨੇਜਰ ਜਾਂ ਡਾਇਰੈਕਟਰ ਨਹੀਂ ਹੈਗੇ। ਇਹ ਫੂਡ ਬੈਂਕ ਦੀ ਇੱਕ ਸਾਡੀ ਖਾਸੀਅਤ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਵੀ ਵਲੰਟੀਅਰ 100% ਵਲੰਟੀਅਰ ਬੇਸਡ ਜਿਹੜੀ ਇਹ ਫੂਡ ਬੈਂਕ ਹੈ ਜੀ, ਜਿਹਦੇ 'ਚ ਨਾਟ ਕਿ ਇੱਕ ਫੂਡ ਤੱਕ ਹੀ ਸੀਮਤ ਹਾਂ, ਅਸੀਂ ਹੋਰ ਜਿਹੜੀ ਕਮਿਊਨਿਟੀ ਦਾ ਵਰਕ ਹੈ, ਜਿੱਥੇ ਫਾਇਰ ਵਰਕਸ ਹੋਈਆਂ, ਲੱਗੀਆਂ ਫਾਇਰਸ ਲੱਗੀਆਂ, ਜਾਂ ਫਲੱਡ ਆਇਆ ਲਾਸਟ ਈਅਰ, ਜਿੱਥੇ ਕਿ ਸਾਰਾ ਐਜ਼ ਏ ਸਾਰੀ ਕਮਿਊਨਿਟੀ ਜਾਣਦੀ ਆ। ਗੁਰੂ ਨਾਨਕ ਫੂਡ ਬੈਂਕ ਇੱਕ ਪਹਿਲੀ ਸੰਸਥਾ ਸੀ ਜਿੱਥੇ ਹੈਲੀਕਾਪਟਰ ਰਾਹੀਂ ਫੂਡ ਉਹ ਜਿਹੜਾ ਹੈਗਾ ਉੱਥੇ ਪਹੁੰਚਾਇਆ। ਇਸ ਵੇਲੇ ਉਹ ਕਮਿਊਨਿਟੀ ਨਾ ਕਿ ਇੱਕ ਸਿਰਫ ਇਕੱਲੇ ਦਾ ਇੱਕ ਦਾ ਨਾਂ ਨਹੀਂ ਜਾਣਦੀ, ਉਹ ਜਾਣਦੇ ਨੇ ਕਿ ਸਿੱਖ ਕਮਿਊਨਿਟੀ ਵੱਲੋਂ ਗੁਰੂ ਨਾਨਕ ਫੂਡ ਬੈਂਕ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਜਿਹੜੀ ਹੈਗੀ ਆ ਉਹਨਾਂ ਨੇ ਸਾਡੀ ਹੈਲਪ ਕੀਤੀ ਹੈ। ਸੋ ਇਹ ਸਿਰਫ ਇੱਕ ਫੈਮਲੀਜ਼ ਦੇ ਅਸੀਂ ਸਿਰਫ ਫੂਡ ਦੇਣ ਤੱਕ ਹੀ ਸੀਮਤ ਨਹੀਂ ਹੈਗੀ, ਕਿਸੇ ਵੀ ਕਮਿਊਨਿਟੀ ਦੀ ਕਿਤੇ ਵੀ ਲੋੜ ਪੈਂਦੀ ਹੈ ਉਹ ਗੁਰੂ ਨਾਨਕ ਫੂਡ ਬੈਂਕ ਉੱਥੇ ਪਹੁੰਚਦੀ ਹੈ ਜੀ। ਸੁਰਿੰਦਰ ਜੀ, ਕਿਹੜੀਆਂ ਲੋਕੇਸ਼ਨਸ ਦੇ ਉੱਤੇ ਤੁਸੀਂ ਮੈਗਾ ਫੂਡ ਡਰਾਈਵ ਜਿਹੜੀ ਹੈ ਕਰਵਾਉਣ ਜਾ ਰਹੇ ਹੋ, ਅਤੇ ਸਪੈਸ਼ਲੀ ਇਸ ਵੇਲੇ ਕਿਹੜੀਆਂ ਚੀਜ਼ਾਂ ਦੀ ਘਾਟ ਹੈ ਜਿਹੜੀ ਕਿ ਤੁਸੀਂ ਕਮਿਊਨਿਟੀ ਤੋਂ ਅਪੀਲ ਕਰਦੇ ਹੋ ਵੀ ਉਹ ਪੂਰੀਆਂ ਕਰਵਾ ਸਕਦੇ ਨੇ, ਕਿਉਂਕਿ ਬੇਸ਼ੱਕ ਇਹ ਕੱਲ੍ਹ ਹੋਣ ਜਾ ਰਹੀ ਹੈ ਫੂਡ ਡਰਾਈਵ, ਅੱਜ ਦਾ ਪੂਰਾ ਦਿਨ ਹੈਗਾ ਜੀ। ਥੈਂਕ ਯੂ ਜੀ, ਗੁੱਡ ਕੁਐਸਚਨ। ਸਾਡੇ ਕੋਲ 2 ਲੋਕੇਸ਼ਨਸ ਨੇ, ਸਰੀ ਹੈ ਜੀ, ਗੁਰੂ ਨਾਨਕ ਦੁੱਖ ਨਿਵਾਰਨ ਗੁਰਦੁਆਰੇ ਦੇ ਪਿਛਲੇ ਪਾਸੇ ਹੈ ਸਾਡਾ ਜਿਹੜਾ ਗੁਰੂ ਨਾਨਕ ਫੂਡ ਬੈਂਕ ਦਾ ਜਿਹੜਾ ਹੈਗੀ ਹੈ ਜੀ ਆਫਿਸ ਹੈਗਾ, ਉੱਥੇ ਤੁਸੀਂ ਲਿਆ ਕੇ ਦੇ ਸਕਦੇ ਹੋ ਗਰੋਸਰੀ, ਕਿਸੇ ਵੀ ਤਰ੍ਹਾਂ ਦੀ। ਸਾਨੂੰ ਆਟਾ, ਤੇਲ
ਜਿਹੜਾ ਕੁਕਿੰਗ ਆਇਲ ਹੁੰਦਾ ਜੀ, ਦਾਲਾਂ ਜਿਹੜੀਆਂ ਹੈਗੀਆਂ, ਜਿਹੜਾ ਬੇਬੀ ਫੂਡ ਹੈਗਾ, ਉਸ ਤੋਂ ਬਾਅਦ 'ਚ ਬੇਬੀ ਡਾਇਪਰਸ ਹੈਗੇ ਨੇ, ਉਸ ਤੋਂ ਬਾਅਦ 'ਚ ਜਿਹੜਾ ਤੁਹਾਡੇ ਆਈ ਮੀਨ ਹਲਦੀ ਹੈਗਾ, ਜਿੱਦਾਂ ਲੂਣ ਹੈਗਾ, ਕਿਸੇ ਵੀ ਫੂਡ ਜਿਹੜੀ ਕਿਚਨ ਦੇ ਵਿੱਚ ਕੁੱਕ ਹੁੰਦਾ ਜੀ, ਉਹ ਤੁਸੀਂ ਲਿਆ ਕੇ ਦੇ ਸਕਦੇ ਹੋ। ਮਨੀ ਵਾਈਜ਼ ਜਿਹੜੀ ਹੈਗੀ ਆ, ਵੀ ਆਲਸੋ ਨੀਡ ਦਾ ਮਨੀ ਟੂ। ਸੋ ਤੁਸੀਂ ਸਾਡੇ ਕੋਲ ਅਗਰ ਬਾਹਰਲੇ ਟਾਊਨ ਦੇ ਵਿੱਚ ਬੈਠੇ ਆ, ਤੁਸੀਂ ਸਾਡੇ ਈਮੇਲਸ ਜਾਂ ਫੋਨ ਰਾਹੀਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਉਹ ਡੋਨੇਟ ਕਰ ਸਕਦੇ ਹੋ। ਸਾਡੇ ਕੋਲ ਵੈਬਸਾਈਟ ਹੈਗੀ ਹੈ GNFB ਫੂਡ ਬੈਂਕ ਜਿਹੜੀ ਹੈਗੀ ਆ, ਉਹ ਤੁਸੀਂ ਸਾਡੇ ਵੈਬਸਾਈਟ 'ਤੇ ਜਾ ਕੇ ਜਾ ਸਕਦੇ ਹੋ ਔਰ ਉਹ ਡੋਨੇਟ ਕਰ ਸਕਦੇ ਹੋ। ਸੋ ਅਗਰ ਕਿਸੇ ਨੇ ਗਰੋਸਰੀ ਲਿਆਉਣੀ ਹੈ ਜੀ, ਗਰੋਸਰੀ ਲੈ ਸਕਦਾ। ਅਗਰ ਕਿਸੇ ਨੇ ਆਈ ਮੀਨ ਮਨੀ ਵਾਈਜ਼ ਹੈਲਪ ਕਰਨੀ ਹੈ ਜੀ, ਉਹ ਮਨੀ ਵਾਈਜ਼ ਹੈਲਪ ਕਰ ਸਕਦਾ। ਐਬਸ ਫੂਡ ਦੀ ਜਿਹੜੀ ਸੈਕਿੰਡ ਲੋਕੇਸ਼ਨ ਆ, ਉਹ ਸਾਡੇ ਕੋਲ ਫਰੇਜ਼ਰ ਹਾਈਵੇ 'ਤੇ ਹੈ ਜੀ। ਉੱਥੇ ਫਰਨੀਚਰ ਲੈਂਡ ਹੈਗਾ। ਫਰਨੀਚਰ ਲੈਂਡ ਦੇ ਪਿੱਛੇ ਪਾਸੇ ਜਿਹੜੀ ਹੈਗੀ ਆ, ਉਹ ਗੁਰੂ ਨਾਨਕ ਫੂਡ ਬੈਂਕ ਦੀ ਸੈਕਿੰਡ ਬ੍ਰਾਂਚ ਹੈਗੀ। ਤੁਸੀਂ ਉੱਥੇ ਵੀ ਡੋਨੇਟ ਕਰ ਸਕਦੇ ਹੋ ਜੀ। ਸੋ 2 ਬ੍ਰਾਂਚਸ ਨੇ ਇਸ ਵੇਲੇ। ਦੋਨਾਂ ਬ੍ਰਾਂਚਾਂ 'ਤੇ ਕੱਲ੍ਹ ਜਿਹੜਾ ਮੇਲਾ ਜਿਹੜਾ ਲੱਗਣ ਜਾ ਰਿਹਾ, ਜਿਹੜਾ ਸਾਡੇ ਕੋਲ ਅਸੀਂ ਕਰਨ ਜਾ ਰਹੇ ਹਾਂ ਕੱਲ੍ਹ, ਇੱਥੇ ਸਰੀ ਦੇ ਵਿੱਚ ਹੈਗਾ ਜੀ। ਸੋ ਇਸ ਸਰੀ ਦੇ ਵਿੱਚ ਅਸੀਂ ਮੋਸਟਲੀ ਜਿੰਨਾ ਵੀ ਟਾਈਮ ਇਸ ਵੇਲੇ ਕਾਫੀ ਜਿਹੜੇ ਮਿਨਿਸਟਰ ਜਾਂ ਜੋ ਹੋਰ ਹੈਗੇ ਨੇ ਕਮਿਊਨਿਟੀ ਦੇ ਚੰਗੇ ਲੀਡਰਸ ਹੈਗੇ ਨੇ, ਗੁੱਡ ਜਿਹੜੇ ਜਿਨ੍ਹਾਂ ਨੇ ਸਾਨੂੰ ਡੋਨੇਟ ਸਪੋਰਟ ਕਰ ਰਹੇ, ਉਹ ਵੀ ਆ ਰਹੇ ਨੇ। ਕੱਲ੍ਹ ਤੁਸੀਂ ਉਹਨਾਂ ਨੂੰ ਵੀ ਮਿਲ ਸਕਦੇ ਹੋ ਜੀ। ਅਤੇ ਸਾਡੇ ਵਲੰਟੀਅਰ ਜਿਹੜੇ ਹੈਗੇ, ਉਹਨਾਂ ਨੂੰ ਵੀ ਦੇਖੋ, ਉਹਨਾਂ ਨੂੰ। ਔਰ ਇੱਕ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੀ, ਸਾਡੇ ਇਹੋ ਜਿਹੇ ਵਲੰਟੀਅਰ ਨੇ ਜਿਹੜੇ ਕਿ 16 ਘੰਟੇ, ਜਦੋਂ ਸਾਨੂੰ ਲੋੜ ਪਈ 16 ਘੰਟੇ ਉਹਨਾਂ ਨੇ ਹੈਲਪ ਕੀਤੀ ਸਾਡੀ। ਅਤੇ ਉਹਨਾਂ ਨੂੰ ਵੀ ਤੁਸੀਂ ਆ ਕੇ ਮਿਲੋ। ਦੇਰ ਇਜ਼ 100%, ਉਹਨਾਂ ਨੂੰ ਕੋਈ ਪੇਡ ਨਹੀਂ ਹੈਗੇ, 100% ਵਲੰਟੀਅਰ ਹੈਗੇ ਨੇ ਜੀ, ਫ੍ਰੀ ਸੇਵਾ ਕਰਦੇ ਨੇ। ਕੱਲ੍ਹ ਸਾਡੇ ਕੋਲ ਸਪੈਸ਼ਲੀ ਅਸੀਂ ਬੱਚਿਆਂ ਵਾਸਤੇ ਸਪੈਸ਼ਲੀ ਜਿਹੜੇ ਫੇਸ ਦੂਜਾ ਹੁੰਦਾ ਆਪਣੇ ਪੇਂਟਿੰਗ ਹੁੰਦੀ ਆ, ਉਹਨਾਂ ਨੂੰ ਬੁਲਾਇਆ ਹੋਇਆ। ਪੌਪ ਕਾਰਡਸ ਨੇ, ਕੈਂਡੀ ਕੈਨਸ ਨੇ। ਉਸ ਤੋਂ ਬਾਅਦ 'ਚ ਲੰਗਰ ਚੱਲ ਰਿਹਾ ਟਮੋਰੋ ਜੀ, ਛੋਲੇ ਅਤੇ ਭਟੂਰਿਆਂ ਦਾ ਜੀ। ਪੀਜ਼ੇ ਨੇ। ਦੇਰ ਇਜ਼ ਲੋਟ ਆਫ ਫੂਡਸ ਆਲਸੋ ਟਮੋਰੋ ਹੋਏਗਾ। ਅਤੇ ਢਾਡੀ ਜਥੇ ਉੱਥੇ ਹੋਣਗੇ ਜੀ, ਉਹਨਾਂ ਦਾ ਵੀ ਸ਼ਬਦ ਕੀਰਤਨ ਕੀਤਾ ਜਾਵੇਗਾ। ਸੋ ਹੋਰ ਲੋਟ ਆਫ ਕਮਿਊਨਿਟੀ ਵਰਕ, ਲੋਟ ਆਫ ਕਮਿਊਨਿਟੀ ਇਵੈਂਟਸ ਜਿਹੜੇ ਹੈਗੇ ਨੇ, ਉਹ ਕੱਲ੍ਹ ਨੂੰ ਹੋਏਗਾ ਜੀ। 10 ਤੋਂ ਲੈ ਕੇ 6 ਵਜੇ ਤੱਕ ਅਸੀਂ ਉੱਥੇ ਹੈਗੇ ਹਾਂ ਜੀ। ਸੋ ਆਓ, ਤੁਸੀਂ ਸਾਰਿਆਂ ਨੂੰ ਅਸੀਂ ਹੈਲਪ ਦੀ ਲੋੜ, ਹੈਲਪ ਦੀ ਤੁਹਾਨੂੰ ਬੇਨਤੀ ਕਰਦੇ ਹਾਂ। ਆਓ ਸਾਡੇ ਕੋਲ ਅਤੇ ਦੇਖੋ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। BC ਦੇ ਵਿਦਿਆਰਥੀਆਂ ਦੇ ਲਈ ਪੜ੍ਹਾਈ ਦਾ ਇੱਕ ਹੋਰ ਸਾਧਨ ਮੁਹੱਈਆ ਕਰਵਾਉਣ ਦੇ ਲਈ ਸਿੱਖਿਆ ਕੇਂਦਰ ਤਿਆਰ ਹੋ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਇੰਸਟੀਚਿਊਟ ਆਫ ਟੈਕਨੋਲੋਜੀ ਯਾਨੀ BCIT ਦਾ ਇੱਕ ਸਿਹਤ ਵਿਗਿਆਨ ਹੈਲਥ ਕੇਂਦਰ ਸਾਇੰਸ ਸੈਂਟਰ ਜੋ ਸਤੰਬਰ ਦੇ ਵਿੱਚ ਖੁੱਲ੍ਹਣ ਲਈ ਤਿਆਰ ਹੈ। ਇਸ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਨਵੇਂ ਸਥਾਨ ਦੇ ਵਿੱਚ 32 ਵੱਖ-ਵੱਖ ਸਿਹਤ ਸੰਭਾਲ ਪ੍ਰੋਗਰਾਮਾਂ ਦੇ ਵਿੱਚ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਜਿਹੜੀ ਕੀਤੀ ਜਾਏਗੀ। ਤੇ ਇਸ ਤੋਂ ਇਲਾਵਾ ਅਜਿਹੇ ਕਲਾਸਰੂਮ ਹੋਣਗੇ ਜੋ ਅਸਲ ਸਿਹਤ ਸੰਭਾਲ ਸਥਿਤੀਆਂ ਨੂੰ ਬਿਲਕੁਲ ਅਸਲ ਵਰਗੀ ਨਕਲ ਰਾਹੀਂ ਜਿਹੜੀ ਹੈ ਉਹ ਦਰਸਾ ਕੇ ਸਿੱਖਿਆ ਦੇ ਪੱਧਰ ਦੇ ਵਿੱਚ ਵਾਧਾ ਕਰ ਸਕਦੇ ਨੇ। ਆਓ ਦੇਖਦੇ ਹਾਂ ਹੋਰ ਕੀ ਕੁਝ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਖਾਸ। ਬ੍ਰਿਟਿਸ਼ ਕੋਲੰਬੀਆ ਇੰਸਟੀਚਿਊਟ ਆਫ ਟੈਕਨੋਲੋਜੀ BCIT ਦਾ ਸਿਹਤ ਵਿਗਿਆਨ ਕੇਂਦਰ ਹੈਲਥ ਸਾਇੰਸ ਸੈਂਟਰ ਜੋ ਸਤੰਬਰ ਦੇ ਵਿੱਚ ਖੁੱਲ੍ਹਣ ਲਈ ਤਿਆਰ ਹੈ। ਨਾਲ ਨਰਸਿੰਗ, MRI, ਡਾਇਗਨੋਸਟਿਕਸ ਤੇ ਸਿਹਤ ਸੰਭਾਲ ਦੇ ਵਿੱਚ ਹੋਰ ਭੂਮਿਕਾਵਾਂ ਲਈ ਪੜ੍ਹਾਈ ਕਰ ਰਹੇ ਵਿਦਿਆਰਥੀ ਛੇਤੀ ਹੀ ਇੱਕ ਨਵੇਂ ਤੇ ਸਥਾਨ ਦੇ ਵਿੱਚ ਸਿੱਖਿਆ ਹਾਸਲ ਕਰ ਰਹੇ ਹੋਣਗੇ। ਇਸ ਨਵੇਂ ਸਥਾਨ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਇਸ ਵਿੱਚ 32 ਵੱਖ-ਵੱਖ ਸਿਹਤ ਸੰਭਾਲ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਨੂੰ ਸਹਾਇਤਾ ਮਿਲੇਗੀ ਅਤੇ ਇਸ ਵਿੱਚ ਅਜਿਹੇ ਕਲਾਸਰੂਮ ਹੋਣਗੇ ਜੋ ਅਸਲ ਸਿਹਤ ਸੰਭਾਲ ਸਥਿਤੀਆਂ ਨੂੰ ਬਿਲਕੁਲ ਅਸਲ ਵਰਗੀ ਨਕਲ ਰਾਹੀਂ ਦਰਸਾ ਕੇ ਸਿੱਖਿਆ ਦੇ ਪੱਧਰ ਵਿੱਚ ਵਾਧਾ ਕਰਨਗੇ। ਇਸ ਸੈਂਟਰ ਰਾਹੀਂ ਨਰਸਾਂ ਦੇ ਸੰਬੰਧਿਤ ਸਿਹਤ ਪੇਸ਼ੇਵਾਰ ਬਣਨ ਲਈ ਪੜ੍ਹਾਈ ਕਰ ਰਹੇ 6000 ਤੋਂ ਵੱਧ ਵਿਦਿਆਰਥੀਆਂ ਦੇ ਸਿੱਖਿਆ ਪ੍ਰਾਪਤ ਕਰਨ ਦੇ ਅਨੁਭਵ ਦੇ ਵਿੱਚ ਇਜ਼ਾਫਾ ਹੋਵੇਗਾ, ਜਿਸ ਦੇ ਵਿੱਚ ਉਹ ਵੀ ਸ਼ਾਮਿਲ ਹਨ ਜੋ ਡਾਇਗਨੋਸਟਿਕ, ਮੈਡੀਕਲ ਇਮੇਜਿੰਗ ਅਤੇ ਮੈਡੀਕਲ ਲੈਬੋਰੇਟਰੀ ਸਾਇੰਸ ਦੇ ਵਿੱਚ ਪੇਸ਼ੇ ਅਖਤਿਆਰ ਕਰ ਰਹੇ ਨੇ। ਇਸ ਵਿੱਚ ਅਜਿਹੀਆਂ ਨਕਲੀ ਸਥਿਤੀਆਂ ਦਾ ਪ੍ਰਬੰਧ ਕੀਤਾ ਗਿਆ ਜੋ ਹਸਪਤਾਲ, ਕਲੀਨਿਕਾਂ ਨਾਲ ਸੰਬੰਧਿਤ ਅਤੇ ਲੈਬੋਰੇਟਰੀਆਂ ਦੇ ਵਿੱਚ ਹੋਣ ਵਾਲੇ ਕੰਮਕਾਰ ਦੀ ਬਿਲਕੁਲ ਵਾਸਤਵਿਕ ਨਕਲ ਪੇਸ਼ ਕਰਦੀਆਂ ਨੇ ਤੇ ਇਸ ਦੇ ਵਿੱਚ ਅਸਲ ਕੰਮਕਾਜੀ ਲੈਬੋਰੇਟਰੀਆਂ ਬਿਲਕੁਲ
ਮਲਟੀਪਲਸ ਰੂਮ ਵੀ ਉਸ ਦੇ ਨਾਲ ਸ਼ਾਮਿਲ ਹੋਣਗੇ। ਸੂਬਾ ਸਰਕਾਰ ਦੇ ਵੱਲੋਂ $88.2 ਮਿਲੀਅਨ ਦੇ ਇਸ ਪ੍ਰੋਜੈਕਟ ਦੇ ਵਿੱਚ $66.6 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ। ਇਹ ਸੈਂਟਰ 32 ਪ੍ਰੋਗਰਾਮਾਂ ਵਿਚਲੇ ਤਕਰੀਬਨ 7000 ਪਾਰਟ ਅਤੇ ਫੁੱਲ ਟਾਈਮ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦੇ ਲਈ ਕੇਂਦਰਿਤ ਸਥਾਨ ਮੁਹੱਈਆ ਕਰਾਏਗਾ, ਜੋ ਮੌਜੂਦਾ ਸਮੇਂ BCIT ਦੇ ਵਿੱਚ 7 ਇਮਾਰਤਾਂ ਵਿੱਚ ਪ੍ਰੋਗਰਾਮ ਹਾਸਲ ਕਰਦੇ ਨੇ। ਇਹ 4 ਮੰਜ਼ਲਾਂ 10,355 ਵਰਗ ਮੀਟਰ ਦੀ ਅਲਪ ਕਾਰਬਨ ਉਜਰਤ ਕਰਨ ਵਾਲੀ ਇਮਾਰਤ, ਜਿਸ ਵਿੱਚ ਪਾਰਕਿਟ ਸ਼ਾਮਲ ਹੈ, ਵੈਲ ਗੋਲਡ ਪ੍ਰਮਾਣ ਪੱਤਰ ਹਾਸਲ ਕਰਨ ਦੇ ਟੀਚੇ ਤਹਿਤ ਬਣਾਈ ਜਾ ਰਹੀ ਹੈ, ਜੋ ਸੂਬਾ ਸਰਕਾਰ ਦੇ ਕ੍ਰਮਸ਼ੀਲ ਕਾਰਬਨ ਉਤਪਤੀ ਦੀ ਮਾਤਰਾ ਨੂੰ ਘਟਾਉਣ ਦੇ ਕਲੀਨ BC ਉਦੇਸ਼ਾਂ ਦੇ ਅਨੁਰੂਪ ਹੈ। ਵੈਲ ਪ੍ਰਮਾਣੀਕਰਨ ਰਾਹੀਂ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਮਾਲਕਾਂ ਤੇ ਨਿਵਾਸੀਆਂ ਨੂੰ ਇਹ ਭਰੋਸਾ ਹੋਵੇ ਕਿ ਉਹਨਾਂ ਦੇ ਸਥਾਨਾਂ ਦਾ ਨਿਰਮਾਣ ਮਨੁੱਖੀ ਸਿਹਤ ਤੇ ਤੰਦਰੁਸਤੀ ਵਿੱਚ ਇਜ਼ਾਫਾ ਕਰਨ ਦੇ ਮਕਸਦ ਅਧੀਨ ਕੀਤਾ ਗਿਆ ਹੈ। ਬਜਟ 2021 ਦੇ ਵਿੱਚ ਸੂਬਾ ਸਰਕਾਰ ਵੱਲੋਂ ਸਿਹਤ ਸੰਬੰਧਿਤ ਕਾਰਜਬਲ ਲਈ ਪੋਸਟ ਸੈਕੰਡਰੀ ਸਿੱਖਿਆ ਤੇ ਸਿਖਲਾਈ ਦੀ ਸਮਰੱਥਾ ਦਾ ਦਾਇਰਾ ਵਧਾਉਣ ਦੇ ਲਈ ਮਦਦ ਦੇਣ ਵਾਸਤੇ 3 ਸਾਲਾਂ ਦੌਰਾਨ $96 ਮਿਲੀਅਨ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਗਿਆ ਸੀ। BCIT ਵਿੱਚ ਇਸ ਸਮੇਂ ਸਥਾਨ ਦੇ ਨਾਲ ਸੂਬਾ ਸਰਕਾਰ ਦੁਆਰਾ ਵਿਦਿਆਰਥੀਆਂ ਲਈ ਸਿਹਤ ਸਿਸਟਮ ਵਿੱਚ ਦਾਖਲ ਹੋਣ ਦੇ ਅਵਸਰ ਮੁਹੱਈਆ ਕਰਵਾਉਣ ਦੇ ਕਾਰਜ ਵਿੱਚ ਮਦਦ ਮਿਲੇਗੀ, ਜਿਸ ਦੇ ਵਿੱਚ ਸਿਹਤ, ਨਰਸਿੰਗ ਅਤੇ ਸਿਹਤ ਸੰਭਾਲ ਸਹਾਇਕ ਨਾਲ ਜੁੜੀ ਸਿਖਲਾਈ ਵਾਸਤੇ ਪੂਰੇ ਸੂਬੇ ਵਿੱਚ ਸੀਟਾਂ ਵਿੱਚ ਵਾਧਾ ਕਰਕੇ ਸਿਹਤ ਸੰਭਾਲ ਕਾਮਿਆਂ ਨੂੰ ਸਿਖਲਾਈ ਦੇਣਾ ਤੇ ਭਰਤੀ ਕਰਨਾ ਸ਼ਾਮਿਲ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਨਸਲਵਾਦ ਸੰਬੰਧੀ ਰਾਉਂਡ ਟੇਬਲ ਕਾਰਵਾਈ ਯੋਜਨਾ ਬਾਰੇ ਵਿਚਾਰਾਂ ਦੇ ਵਿੱਚ ਵਾਧਾ ਕੀਤਾ ਗਿਆ। 40 ਤੋਂ ਵੱਧ ਕਮਿਊਨਿਟੀ ਸੰਸਥਾਵਾਂ ਤੇ ਸਿੱਖਿਅਕ ਹਿੱਸੇਦਾਰਾਂ ਤੇ ਕਈ ਵਿਦਿਆਰਥੀਆਂ ਨੇ ਤੀਜੇ ਨਸਲਵਾਦ ਵਿਰੋਧੀ ਰਾਉਂਡ ਟੇਬਲ ਦੇ ਵਿੱਚ ਹਿੱਸਾ ਲਿਆ। ਹਿੱਸੇਦਾਰਾਂ ਦੀ ਮੁਲਾਕਾਤ ਸਿੱਖਿਆ ਪ੍ਰਣਾਲੀ ਅਤੇ ਦੇ ਵਿੱਚ ਨਸਲਵਾਦ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਇਸ ਦੇ ਹੱਲ ਕਰਨ ਦੇ ਲਈ ਸੂਬਾਈ K-12 ਨਸਲਵਾਦ ਵਿਰੋਧੀ ਕਾਰਵਾਈ ਯੋਜਨਾ ਲਈ ਅੰਤਮ ਰਾਏ ਪ੍ਰਦਾਨ ਕਰਾਉਣ ਲਈ ਹੋਈ ਸੀ। ਇਸ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ। ਜਿੱਥੇ ਅੱਗੇ ਦੇਖਦੇ ਹਾਂ ਅਹਿਮ ਮੁੱਦੇ ਤੇ ਆਧਾਰਿਤ ਗੱਲ ਅੱਜ ਦੀ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਐਲਾਨ ਕਰ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਕਿ ਉਹ ਹੁਣ ਸਿਆਸਤ ਛੱਡ ਰਹੇ ਆ, ਕੁਝ ਉਹਨਾਂ ਦੀ ਸਿਹਤ ਨਾਲ ਸੰਬੰਧਿਤ ਕਾਰਨ ਨੇ। ਪ੍ਰੀਮੀਅਰ ਜੌਨ ਹੌਰਗਨ ਧੜੱਲੇਦਾਰ ਰਾਜਨੀਤਿਕ ਆਗੂ NDP ਨੂੰ ਉੱਤੇ ਲਿਜਾਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ। ਸਵਾਲ ਇਹ ਪੈਦਾ ਹੋ ਰਿਹਾ ਕਿ ਅਗਲਾ ਆਗੂ ਕੌਣ ਹੋਊਗਾ ਤੇ ਬ੍ਰਿਟਿਸ਼ ਕੋਲੰਬੀਆ ਦਾ ਅਗਲਾ ਪ੍ਰੀਮੀਅਰ ਕੌਣ ਹੋ ਸਕਦਾ। ਕਈ ਨਾਂ ਸਾਹਮਣੇ ਆ ਰਹੇ ਆ, ਜਿਹੜੇ ਰਾਜਨੀਤੀ ਦੀ ਸਮਝ ਰੱਖਣ ਵਾਲੇ ਲੋਕ ਨੇ ਉਹ ਕਈ ਨਾਵਾਂ ਦਾ ਅੰਦਾਜ਼ਾ ਲਾ ਰਹੇ ਆ। ਹਾਲਾਂਕਿ ਪਾਰਟੀ ਨੇ ਇਹਦੇ ਬਾਰੇ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ, ਕੋਈ ਗੱਲਬਾਤ ਨਹੀਂ, ਪਰ ਰਾਜਨੀਤਿਕ ਵਿਸ਼ੇਸ਼জ্ञਾਂ ਦੇ ਆਪਣੇ ਅੰਦਾਜ਼ੇ ਆ ਤੇ ਇੱਕ ਅੰਦਾਜ਼ੇ ਦੇ ਅਨੁਸਾਰ ਰਵੀ ਕਾਹਲੋਂ ਜਿਹੜੇ ਡੈਲਟਾ ਤੋਂ MLA ਨੇ, 2 ਵਾਰ ਓਲੰਪੀਅਨ ਰਹਿ ਚੁੱਕੇ ਆ, ਉਹਨਾਂ ਦਾ ਨਾਂ ਵੀ ਸਾਹਮਣੇ ਆ ਰਿਹਾ ਕਿ ਹੋ ਸਕਦਾ ਰਵੀ ਕਾਹਲੋਂ ਨੂੰ ਵੀ ਪ੍ਰੀਮੀਅਰ ਬਣਾ ਦਿੱਤਾ ਜਾਵੇ। ਡੇਵਿਡ ਈਬੀ ਦਾ ਨਾਂ ਵੀ ਸਾਹਮਣੇ ਆ ਰਿਹਾ। ਕਈ ਹੋਰ ਨਾਂ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਕਿ ਰਵੀ ਕਾਹਲੋਂ, ਨੈਥਨ ਕਲਨ ਦਾ ਨਾਂ ਵੀ ਸਾਹਮਣੇ ਆ ਰਿਹਾ। ਉਹਨਾਂ ਨੂੰ ਪੁੱਛ ਵੀ ਰਹੇ ਆ ਪੱਤਰਕਾਰ, ਸਾਰੇ ਲਗਭਗ ਗੋਲਮੋਲ ਜਿਹਾ ਜਵਾਬ ਦੇ ਰਹੇ ਆ, ਹਜੇ ਤੱਕ ਗੱਲ ਸਪਸ਼ਟ ਨਹੀਂ ਹੋ ਰਹੀ। ਥੋੜ੍ਹੇ ਦਿਨ ਪਹਿਲਾਂ ਕਲਨ ਕਮਿਸ਼ਨ ਦੀ ਰਿਪੋਰਟ ਵੀ ਆਈ ਆ ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਥੋੜ੍ਹੇ ਦਿਨ ਪਹਿਲਾਂ ਕਿ ਤੁਹਾਡਾ ਕੀ ਵਿਚਾਰ ਆ ਜਾਂ ਤੁਸੀਂ ਆ ਰਹੇ ਆ, ਨੈਥਨ ਕਲਨ ਨੂੰ ਇਹ ਸਵਾਲ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੇ ਉਹ ਕਹਿੰਦੇ ਵੀ ਮੈਨੂੰ ਜੈਕ ਲਿਟਨ ਨੇ ਇੱਕ ਬਹੁਤ ਸਮਾਂ ਪਹਿਲਾਂ ਐਡਵਾਈਸ ਦਿੱਤੀ ਸੀ ਕਿ ਆਪਣੇ ਕੈਰੀਅਰ ਦੇ ਵਿੱਚ ਜੇਕਰ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕਿਸੇ ਆਫਿਸ ਦੇ ਲਈ ਜਾਂ ਲੀਡਰਸ਼ਿਪ ਦੇ ਲਈ ਰਨ ਕਰ ਰਹੇ ਆ ਤਾਂ ਉਹ ਕਹਿੰਦੇ ਉਹਨੂੰ ਥੈਂਕ ਯੂ ਕਹੋ ਤੇ ਕਦੇ ਵੀ ਨਾ ਕਹੋ, ਕਿਉਂਕਿ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਕਿਹੜੇ ਵੇਲੇ ਤੁਹਾਨੂੰ ਕੀ ਫੈਸਲਾ ਲੈਣਾ ਪੈ ਜਾਏ। ਲਗਭਗ ਇਸ ਤਰ੍ਹਾਂ ਦੇ ਜਵਾਬ ਸਾਰੇ ਦੇ ਰਹੇ ਆ, ਪਰ ਲੋਕ ਆਪਣੇ ਆਪਣੇ ਅੰਦਾਜ਼ੇ ਲਾ ਰਹੇ ਆ ਕਿ ਉਹ ਜਿਹੜਾ ਇੱਕ ਬੜੀ ਪੋਪੂਲਰ ਲੀਡਰ ਜੌਨ ਹੌਰਗਨ, ਉਹਨਾਂ ਤੋਂ ਬਾਅਦ ਉਸ ਪੱਧਰ ਦਾ ਜਿਹੜਾ ਪੋਲੀਟੀਕਲ ਲੀਡਰ ਕਿਹੜਾ ਹੋ ਸਕਦਾ ਹੈ। ਮੰਗਲਵਾਰ ਜੌਨ ਹੌਰਗਨ ਨੇ ਅਨਾਊਂਸਮੈਂਟ ਕੀਤੀ ਸੀ ਕਿ ਅਗਲੀ ਪ੍ਰੋਵਿੰਸ਼ੀਅਲ ਇਲੈਕਸ਼ਨ ਉਹਨੇ ਨਹੀਂ ਲੜਨੀ ਤੇ ਇਸ ਫਾਲ ਦੇ ਵਿੱਚ ਜਿਹੜੀ ਲੀਡਰਸ਼ਿਪ ਰੇਸ ਆ ਉਹ ਹੋ ਸਕਦੀ ਆ। ਸੋ ਹੁਣ ਇਸ ਵੇਲੇ ਜਿਹੜੇ ਨਾਂ ਇਸ ਵੇਲੇ ਸਾਹਮਣੇ ਆ ਰਹੇ ਆ, ਜਿਹੜੇ ਰਾਜਨੀਤਿਕ ਪੰਡਿਤ ਅੰਦਾਜ਼ਾ ਲਾ ਰਹੇ ਆ ਕਿ ਇਹਨਾਂ ਨਾਵਾਂ ਦੇ ਵਿੱਚ ਕੁਝ ਨਾਂ ਜਿਹੜੇ ਸਾਹਮਣੇ ਆ ਰਹੇ ਆ, ਉਹਨਾਂ ਦੇ ਵਿੱਚੋਂ ਡੇਵਿਡ ਈਬੀ ਦਾ ਨਾਂ ਕਾਫੀ ਜ਼ਬਰਦਸਤ ਤਰੀਕੇ ਨਾਲ ਦੱਸਿਆ ਜਾ ਰਿਹਾ। 44 ਸਾਲ ਦੇ ਇਹ ਡੇਵਿਡ ਈਬੀ ਨੇ ਅਟਾਰਨੀ ਜਨਰਲ ਤੇ ਮਿਨਿਸਟਰ ਰਿਸਪੌਂਸੀਬਲ ਫਾਰ ਹਾਊਸਿੰਗ, ਵੈਨਕੂਵਰ ਪੁਆਇੰਟ ਗ੍ਰੇ ਤੋਂ ਇਲੈਕਸ਼ਨ ਲੜਦੇ ਆ, ਜਿੱਤਦੇ ਆ। ਪਹਿਲਾਂ 13 'ਚ ਜਿੱਤੇ ਸੀ, ਫਿਰ 17 'ਚ ਜਿੱਤੇ ਸੀ ਤੇ ਫਿਰ 20 'ਚ ਜਿੱਤੇ ਸੀ। ਡੇਵਿਡ ਈਬੀ ਪੁਆਇੰਟ ਗ੍ਰੇ ਤੋਂ 2013 ਦੇ ਵਿੱਚ ਪਹਿਲੀ ਵਾਰੀ MLA ਬਣੇ ਸੀ। ਕਾਫੀ ਸਟਰੋਂਗ ਕੈਂਡੀਡੇਟ ਦੱਸੇ ਜਾ ਰਹੇ ਆ ਜਾਂ ਇਹਨਾਂ ਦਾ ਨਾਂ ਕਾਫੀ ਜ਼ਬਰਦਸਤ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ।
ਇਹਦੇ ਤੋਂ ਪਹਿਲਾਂ ਇਹ ਐਗਜ਼ੈਕਟਿਵ ਡਾਇਰੈਕਟਰ ਵੀ ਰਹੇ ਆ BC ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੇ, ਲਾਅ ਦੇ ਪ੍ਰੋਫੈਸਰ ਰਹੇ ਆ ਇਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਹੋਰ ਕਈ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਰਹੇ ਆ। ਅਵਾਰਡ ਵਿਨਿੰਗ ਹਿਊਮਨ ਰਾਈਟਸ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਬੜੇ ਵੱਡੇ ਵਕੀਲ ਮੰਨੇ ਜਾਂਦੇ ਆ। ਇਹਨਾਂ ਦਾ ਨਾਮ ਬਹੁਤ ਵੱਡੇ ਪੱਧਰ ਦੇ ਉੱਤੇ ਸਾਹਮਣੇ ਆ ਰਿਹਾ ਕਿ ਡੇਵਿਡ ਈਬੀ ਜੌਨ ਹੌਰਗਨ ਦੀ ਜਗ੍ਹਾ ਲੈ ਸਕਦੇ ਆ। 43 ਸਾਲਾਂ ਦੇ ਰਵੀ ਕਾਲੋਂ ਦਾ ਨਾਮ ਵੀ ਨਾਲ ਚਰਚਾ ਦੇ ਵਿੱਚ ਆ, ਜਿਹੜੇ ਮਿਨਿਸਟਰ ਆਫ ਜੌਬਸ, ਇਕਨੋਮਿਕ ਰਿਕਵਰੀ ਐਂਡ ਇਨੋਵੇਸ਼ਨ, ਨਾਰਥ ਡੈਲਟਾ ਤੋਂ MLA ਬਣਦੇ ਆ। 2017 'ਚ ਪਹਿਲੀ ਵਾਰੀ ਬਣੇ ਸੀ, 2020 ਦੇ ਵਿੱਚ ਦੂਜੀ ਵਾਰੀ ਬਣੇ ਸੀ, ਰੀਇਲੈਕਟ ਹੋਏ ਸੀ 2020 ਦੇ ਵਿੱਚ, ਤੇ ਇਹਨਾਂ ਨੂੰ ਮਿਨਿਸਟਰ ਆਫ ਜੌਬਸ, ਇਕਨੋਮਿਕ ਰਿਕਵਰੀ ਤੇ ਇਨੋਵੇਸ਼ਨ ਜਿਹੜਾ ਬਣਾਇਆ ਗਿਆ ਸੀ। ਪਾਰਲੀਮੈਂਟਰੀ ਸੈਕਟਰੀ ਪਹਿਲਾਂ ਰਹੇ ਆ। ਸਪੋਰਟਸ ਤੇ ਮਲਟੀਕਲਚਰਲਿਜ਼ਮ ਦੇ ਵਿੱਚ ਵਿਕਟੋਰੀਆ ਦੇ ਜੰਪਲ ਉੱਥੇ ਵੱਡੇ ਹੋਏ, ਹਾਕੀ ਦੇ ਬਹੁਤ ਵੱਡੇ ਪਲੇਅਰ, ਕੈਨੇਡਾ ਦਾ ਮਾਣ, 2 ਵਾਰੀ ਓਲੰਪੀਅਨ ਤੇ ਟੀਮ ਕੈਨੇਡਾ ਦੇ ਲਈ ਇਹਨਾਂ ਨੇ ਬਹੁਤ ਵੱਡੀ ਦੇਣ ਦਿੱਤੀ ਆ। ਡੈਲਟਾ ਸਪੋਰਟਸ ਹਾਲ ਆਫ ਫੇਮ ਦੇ ਵਿੱਚ ਇਹਨਾਂ ਦਾ ਨਾਂ। ਇਹਦੇ ਤੋਂ ਪਹਿਲਾਂ MLA ਦੀ ਇਲੈਕਸ਼ਨ ਲੜਨ ਤੋਂ ਪਹਿਲਾਂ 7 ਸਾਲ ਬੈਂਕਿੰਗ ਦੇ ਖੇਤਰ ਵਿੱਚ ਰਹੇ ਆ। ਇਹਨਾਂ ਨੇ ਬਹੁਤ ਲੰਬਾ ਸਮਾਂ ਇਹਦੇ ਨਿਊ ਡੈਮੋਕ੍ਰੈਟਿਕ ਕੌਕਸ ਦੇ ਵਿੱਚ ਡਾਇਰੈਕਟਰ ਆਫ ਸਟੇਕ ਹੋਲਡਰ ਰਿਲੇਸ਼ਨਸ ਦੇ ਵਿੱਚ ਵੀ ਕੰਮ ਕੀਤਾ। ਰਵੀ ਕਾਲੋ ਨਾਰਥ ਡੈਲਟਾ ਕਮਿਊਨਿਟੀ ਦੇ ਵਿੱਚ ਜਾਣੇ ਪਛਾਣੇ, ਉੱਥੇ ਕਈ ਕੰਮਾਂ ਦੇ ਵਿੱਚ ਵਲੰਟੀਅਰਸ ਵੀ ਰਹੇ ਨੇ ਤੇ ਬਹੁਤ ਸਾਰੇ ਕੰਮ ਕੀਤੇ ਆ ਇਹਨਾਂ ਨੇ। ਹੁਣ ਰਵੀ ਕਾਲੋਂ ਦਾ ਨਾਂ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ BC ਦੇ ਪ੍ਰੀਮੀਅਰ ਬਣ ਸਕਦੇ ਆ। ਨਾਰਥ ਡੈਲਟਾ ਦੇ ਵਿੱਚ ਇਹ ਰਹਿੰਦੇ ਆ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਆ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।